ਸਿਆਣੇ ਸਾਚੀ ਆਖ ਗਏ ਨੇ ਕਿ ਭਗਵਾਨ ਉਹਨਾਂ ਦੀ ਮਦਦ ਕਰਦੇ ਨੇ ਜੋ ਖੁਦ ਆਪਣੀ ਮਦਦ ਕਰਦੇ ਨੇ। ਤੇ ਜਦ ਤੁਸੀਂ ਇੱਕ ਟੀਚਾ ਰੱਖਿਆ ਹੁੰਦਾ, ਟਾਰਗੇਟ ਰੱਖਿਆ ਹੁੰਦਾ, ਤੇ ਲਾਜ਼ਮੀ ਤੌਰ ਤੇ ਤੁਸੀਂ ਉਸ ਮੰਜ਼ਿਲ ਨੂੰ ਪ੍ਰਾਪਤ ਕਰ ਲੈਂਦੇ ਹੋ, ਪਰ ਉਹਦੇ ਵਾਸਤੇ ਤੁਹਾਨੂੰ ਮਿਹਨਤ, ਲਗਨ, ਹਿੰਮਤ ਦੀ ਬੜੀ ਜ਼ਰੂਰਤ ਹੁੰਦੀ ਆ। ਤੇ ਅੱਜ ਅਜਿਹੀ ਅਸੀਂ ਇੱਕ ਉਸ ਨੌਜਵਾਨ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ਜਿਨ੍ਹਾਂ ਨੇ 6 ਸਾਲਾਂ ਦੇ ਵਿੱਚ 12 ਨੌਕਰੀਆਂ ਹਾਸਲ ਕੀਤੀਆਂ ਨੇ ਤੇ ਅਖੀਰ ਉਹ IPS ਆਫਿਸਰ ਸਿਲੈਕਟ ਹੋ ਗਿਆ। ਮਤਲਬ ਸਰਕਾਰੀ ਨੌਕਰੀਆਂ ਇਵੇਂ ਲੱਗਦਾ ਸੀ ਕਿ ਉਹਦੇ ਵਾਸਤੇ ਬਣੀਆਂ। ਇੱਕ ਗਰੀਬ ਘਰ 'ਚੋਂ ਪੈਦਾ ਹੋਇਆ ਮੁੰਡਾ ਹੁਣ IPS ਆਫਿਸਰ ਲੱਗਾ ਤੇ ਇਸ ਟਾਈਮ ਉਹ SSP ਅਹੁਦੇ 'ਤੇ ਕੰਮ ਕਰ ਰਿਹਾ। ਆਮ ਘਰ, ਗਰੀਬ ਘਰ, ਮਜ਼ਦੂਰ ਦਾ ਘਰ ਤੇ ਪਿਓ ਉਹਨਾਂ ਦਾ, ਪਿਤਾ ਉਹਨਾਂ ਦਾ ਰੇਹੜੀ ਮਜ਼ਦੂਰੀ ਦਾ ਕੰਮ ਚਲਾਉਂਦੇ ਸੀ। ਲੋਕਾਂ ਦਾ ਢੋਆ ਢਵਾਈ ਵਾਸਤੇ ਉਹ ਆਪਣਾ ਰੋਜੀ ਰੋਟੀ ਮਿਹਨਤ ਕਰਕੇ ਰੋਜੀ ਰੋਟੀ ਕਮਾਉਂਦੇ ਸੀ ਤੇ ਖਾਂਦੇ ਸੀ। ਲੇਕਿਨ ਉਸ ਲੜਕੇ ਨੂੰ ਲੱਗਾ ਕਿ ਨਹੀਂ, ਇਹ ਬਾਪੂ ਦੀ ਜਿਹੜੀ ਮਿਹਨਤ ਆ, ਇਸ ਮਿਹਨਤ ਦਾ ਮੁੱਲ ਮੋੜਨਾ, ਉਹਨਾਂ ਦੀ ਜਿਹੜੀ ਮਜ਼ਦੂਰੀ ਸੀ, ਉਹਨਾਂ ਦੀ ਹੱਡ ਤੋੜਵੀਂ ਮਿਹਨਤ ਸੀ, ਉਹਦਾ ਮੁੱਲ ਤੇ ਮੈਨੂੰ ਹੀ ਪਾਉਣਾ ਪਊਗਾ। ਤੇ ਫਿਰ ਅਖੀਰ ਉਹਨੇ ਆਪਣੇ ਸੁਪਨੇ ਲਏ ਤੇ ਸੁਪਨਿਆਂ ਨੂੰ ਪ੍ਰਵਾਜ਼ ਤੇ ਫਿਰ ਲੱਗਾ IPS ਆਫਿਸਰ। 6 ਸਾਲਾਂ ਦੇ ਵਿੱਚ 12 ਨੌਕਰੀਆਂ ਹਾਸਲ ਕਰਨੀਆਂ, ਉਹ ਵੀ ਸਰਕਾਰੀ, ਆਪਣੇ ਆਪ 'ਚ ਇੱਕ ਕਾਬਲੀਅਤ, ਮਿਹਨਤ ਤੇ ਲਗਨ ਦੀ ਇੱਕ ਨਿਸ਼ਾਨੀ ਆ ਕਿ ਨੌਕਰੀ, ਜਿਹੜੀ ਵੀ ਨੌਕਰੀ 'ਚੋਂ ਟੈਸਟ ਦਿੰਦਾ ਸੀ, ਅਵਲ ਦਰਜੇ 'ਚ ਪ੍ਰਾਪਤ ਕਰਦਾ ਸੀ। ਚਾਹੇ ਉਹ ਪਟਵਾਰੀ ਦੀ ਹੋਵੇ, ਚਾਹੇ ਉਹ ਟੀਚਰ ਦੀ ਹੋਵੇ, ਚਾਹੇ ਉਹ ਲੈਕਚਰਾਰ ਦੀ ਹੋਵੇ, ਚਾਹੇ ਜੇਲ੍ਹ ਸੁਪਰਡੈਂਟ ਦੀ ਹੋਵੇ, ਹਰ ਨੌਕਰੀ ਉਹਨੇ ਹੱਸ ਕੇ ਪ੍ਰਾਪਤ ਕੀਤੀ ਆ। ਗੋਲਡ ਮੈਡਲ ਵੀ ਪ੍ਰਾਪਤ ਕੀਤੇ ਨੇ ਪੜ੍ਹਾਈ ਦੇ ਵਿੱਚ। ਪ੍ਰਾਇਮਰੀ ਸਕੂਲ, ਸਰਕਾਰੀ ਸਕੂਲ 'ਚੋਂ ਪੜ੍ਹ ਕੇ ਪਹਿਲਾਂ ਪਟਵਾਰੀ ਸਿਲੈਕਟ ਹੋਣਾ ਤੇ ਫਿਰ IPS ਆਫਿਸਰ ਸਿਲੈਕਟ ਹੋਣਾ। ਇਸ ਤੋਂ ਵੱਡਾ ਮਾਪਿਆਂ ਵਾਸਤੇ ਮਾਣ ਨਹੀਂ ਹੋ ਸਕਦਾ ਕਿ ਜਿਨ੍ਹਾਂ ਦੇ ਘਰ ਅਜਿਹੇ ਵਾਰਸ ਪੈਦਾ ਹੁੰਦੇ ਨੇ ਤੇ ਲਾਜ਼ਮੀ ਤੌਰ 'ਤੇ ਫਿਰ ਉਹ ਪਰਿਵਾਰ ਨੂੰ ਸਾਰੇ ਲੋਕ ਸਲਾਮ ਕਰਦੇ ਨੇ। ਜਿਵੇਂ ਅਸੀਂ ਤੁਹਾਨੂੰ ਕਹਾਣੀ ਦੱਸੀ ਹੈ, ਗੱਲ ਰਾਜਸਥਾਨ ਦੀ ਆ। ਰਾਜਸਥਾਨ ਦਾ ਰਹਿਣ ਵਾਲਾ ਜਿਹੜਾ ਨੌਜਵਾਨ ਆ ਪ੍ਰੇਮ ਸੁਖ ਡੇਲੂ, ਪਹਿਲਾਂ ਪਟਵਾਰੀ ਭਰਤੀ ਹੁੰਦਾ ਲੇਕਿਨ ਉਹਦੀ ਮੰਜ਼ਿਲ ਰੁਕਦੀ ਨਹੀਂ ਆ। ਜਾ ਕੇ ਮੰਜ਼ਿਲ ਉਦੋਂ ਰੁਕਦੀ ਆ ਜਦੋਂ IPS ਆਫਿਸਰ ਸਿਲੈਕਟ ਹੋ ਜਾਂਦਾ। ਤੇ ਪਟਵਾਰੀ ਤੋਂ ਲੈ ਕੇ IPS ਆਫਿਸਰ ਬਣਨ ਦਾ ਜਿਹੜਾ ਸਫ਼ਰ ਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ। ਆਖਰ ਕਿਵੇਂ ਪਹਿਲਾਂ ਪਟਵਾਰੀ ਲੱਗਾ ਪ੍ਰੇਮ ਸੁਖ ਡੇਲੂ ਤੇ ਫਿਰ IPS ਆਫਿਸਰ ਲੱਗਾ। 6 ਸਾਲਾਂ ਦੇ ਵਿੱਚ 12 ਨੌਕਰੀਆਂ ਪ੍ਰਾਪਤ ਕਰਨਾ ਆਪਣੇ ਆਪ 'ਚ ਇੱਕ ਰਿਕਾਰਡ ਹੋਏਗਾ। ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਉਹਦੀ ਸਟੋਰੀ ਆ, ਸਟੋਰੀ ਅਜਿਹੇ ਨੌਜਵਾਨ ਮੁੰਡੇ ਕੁੜੀਆਂ ਵਾਸਤੇ ਇੱਕ ਪ੍ਰੇਰਨਾਦਾਇਕ ਆ ਜਿਹੜੇ ਇੱਕ ਅਟੈਂਪਟ ਕਰਨ ਤੋਂ ਬਾਅਦ ਹੀ ਆਪਣਾ ਹੌਸਲਾ ਹਾਰ ਜਾਂਦੇ ਨੇ। ਲੇਕਿਨ ਪ੍ਰੇਮ ਸੁਖ ਡੇਲੂ ਵਰਗੇ ਅਜਿਹੇ ਨੌਜਵਾਨ ਵੀ ਦੇਸ਼ ਦੇ ਵਿੱਚ ਜਿਹੜੇ ਲੋਕਾਂ ਲਈ ਪ੍ਰੇਰਨਾ ਸਰੋਤ ਬਣ ਜਾਂਦੇ ਨੇ। ਹਾਲਾਂਕਿ ਸਾਡੇ ਹਿੰਦੁਸਤਾਨ ਦੇ ਵਿਦੇਸ਼ ਵਿੱਚ ਸਭ ਤੋਂ ਵੱਧ ਸਰਕਾਰੀ ਨੌਕਰੀ ਪ੍ਰਾਪਤ ਕਰਨਾ ਹੀ ਇੱਕ ਟੀਚਾ, ਇੱਕ ਕਲਚਰ ਬਣ ਚੁੱਕਾ ਹੈਗਾ। ਲੇਕਿਨ ਕੁਝ ਅਜਿਹੇ ਲੋਕ ਨੇ, ਮਿਹਨਤੀ ਹੁੰਦੇ ਨੇ ਕਿ ਉਹ ਤਿਆਰੀ ਇਸ ਹਿਸਾਬ ਦੇ ਨਾਲ ਕਰਦੇ ਨੇ, ਰਾਤ ਦਿਨ ਇੱਕ ਕਰ ਦਿੰਦੇ ਨੇ ਤੇ ਫਿਰ ਆਪਣੇ ਮਾਪਿਆਂ ਦੀ ਮਿਹਨਤ ਦਾ ਮੁੱਲ ਵੀ ਮੋੜ ਦਿੰਦੇ ਨੇ। ਔਰ ਅਜਿਹੀ ਕਹਾਣੀ ਰਾਜਸਥਾਨ ਦੇ ਰਹਿਣ ਵਾਲੇ ਨੇ ਜਿਨ੍ਹਾਂ ਨੇ 6 ਸਾਲ ਦੇ ਵਿੱਚ 12 ਨੌਕਰੀਆਂ ਪ੍ਰਾਪਤ ਕੀਤੀਆਂ ਨੇ, ਉਹ ਵੀ ਟੌਪ ਦੀਆਂ। ਸਭ ਤੋਂ ਪਹਿਲੀ ਗੱਲ ਹੈ, ਰਾਜਸਥਾਨ ਦੇ ਬੀਕਾਨੇਰ ਦੇ ਰਹਿਣ ਵਾਲੇ ਪ੍ਰੇਮ ਸੁਖ ਡੇਲੂ ਦਾ ਜਨਮ ਇੱਕ ਮਜ਼ਦੂਰ ਕਿਸਾਨ ਪਰਿਵਾਰ ਦੇ ਘਰ ਵਿੱਚ ਹੈ। ਲੇਕਿਨ ਉਹਦਾ ਜਿਹੜਾ ਪਰਿਵਾਰ ਆ ਉਹ ਊਠ ਦੇ ਨਾਲ ਰੇਹੜੀ ਚਲਾ ਕੇ ਲੋਕਾਂ ਦੇ ਢੋਆ ਢਵਾਈ ਦਾ ਕੰਮ ਕਰਦੇ ਸੀ। ਔਰ ਸਭ ਤੋਂ ਪਹਿਲਾਂ ਉਹਨੇ ਮਿਹਨਤ ਕੀਤੀ ਤੇ ਪਹਿਲਾਂ ਪਟਵਾਰੀ ਬਣੇ। ਲੇਕਿਨ ਉਹਨਾਂ ਦੀ ਪਟਵਾਰੀ ਦੀ ਜਿਹੜੀ ਸਰਕਾਰੀ ਨੌਕਰੀ ਉਹਨਾਂ ਵਾਸਤੇ ਸ਼ਾਇਦ ਨਾ ਬਣੀ ਹੋਵੇ, ਜਿਸ ਕਰਕੇ ਉਹਨਾਂ ਨੇ ਆਪਣੀ ਮੰਜ਼ਿਲ ਇਸੇ ਤਰ੍ਹਾਂ ਅੱਗੇ ਵਧਾਉਂਦੇ ਰਹੇ ਤੇ ਅਖੀਰ IPS ਆਫਿਸਰ ਬਣ ਗਏ। ਪ੍ਰੇਮ ਸੁਖ ਡੇਲੂ ਜਿਹੜੇ ਨੇ, ਉਹਨਾਂ ਦੀ ਪਰਿਵਾਰ ਦੀ ਜਿਹੜੀ ਆਰਥਿਕ ਸਥਿਤੀ ਐਡੀ ਜ਼ਿਆਦਾ ਮਜ਼ਬੂਤ ਨਹੀਂ ਸੀ। ਉਹਨਾਂ ਦੇ ਪਿਤਾ ਊਠ ਦੀਆਂ ਗੱਡੀਆਂ ਚਲਾਉਂਦੇ, ਰੇਹੜੀਆਂ ਚਲਾਉਂਦੇ ਸੀ ਔਰ ਲੋਕਾਂ ਦਾ ਸਮਾਨ ਇੱਕ ਸਥਾਨ ਤੋਂ ਦੂਜੇ ਸਥਾਨ 'ਤੇ ਲੈ ਕੇ ਢੋਂਦੇ ਸੀ ਤੇ ਉਹਨਾਂ ਨੇ ਆਪਣਾ ਟੱਬਰ ਪਾਲਿਆ। ਪਰ ਦੱਸਦੇ ਨੇ ਕਿ ਪ੍ਰੇਮ ਸੁਖ ਡੇਲੂ ਬਚਪਨ ਤੋਂ ਹੀ ਆਪਣੇ ਪਰਿਵਾਰ ਨੂੰ ਗਰੀਬੀ 'ਚੋਂ ਬਾਹਰ ਕੱਢਣਾ ਚਾਹੁੰਦੇ ਸੀ ਤੇ ਇਸ ਕਰਕੇ ਉਹਨਾਂ ਦਾ ਜਿਹੜਾ ਸਾਰਾ ਧਿਆਨ ਆ ਉਹ ਪੜ੍ਹਾਈ ਵੱਲ ਸੀ। ਫੋਕਸ ਸਿਰਫ ਤੇ ਸਿਰਫ ਉਹਨਾਂ ਪੜ੍ਹਾਈ ਵੱਲ ਕੀਤਾ। ਪ੍ਰੇਮ ਸੁਖ ਡੇਲੂ ਨੇ ਜਿਹੜੀ ਜਾਣਕਾਰੀ ਮਿਲੀ ਹੈ ਕਿ 10ਵੀਂ ਦੀ ਜਿਹੜੀ ਪੜ੍ਹਾਈ ਉਹ ਆਪਣੇ ਪਿੰਡ ਦੇ ਸਰਕਾਰੀ ਸਕੂਲ 'ਚੋਂ ਕੀਤੀ। ਉਸ ਤੋਂ ਬਾਅਦ ਉਹਨੇ ਅਗਲੀ ਪੜ੍ਹਾਈ ਜਿਹੜੀ ਆ BA ਦੀ ਪੜ੍ਹਾਈ ਹੈ ਉਹ ਸਰਕਾਰੀ ਡੂੰਗਰ ਕਾਲਜ ਬੀਕਾਨੇਰ ਤੋਂ ਕੀਤੀ ਆ। ਫਿਰ ਉਹਨਾਂ ਨੇ MA ਇਤਿਹਾਸ ਦੇ ਵਿੱਚ ਕੀਤੀ ਹੈਗੀ ਆ, ਹਿਸਟਰੀ ਦੇ ਵਿੱਚ ਕੀਤੀ ਆ। ਔਰ ਉਦੋਂ ਜਦੋਂ MA ਦੀ ਡਿਗਰੀ ਹਾਸਲ ਕੀਤੀ ਉਦੋਂ ਉਹਨਾਂ ਯੂਨੀਵਰਸਿਟੀ ਵਿੱਚ ਟੌਪ ਕੀਤਾ ਤੇ ਗੋਲਡ ਮੈਡਲਿਸਟ ਦੇ ਤੌਰ 'ਤੇ ਉਹਨਾਂ ਨੇ MA ਇਤਿਹਾਸ ਦੀ ਪੜ੍ਹਾਈ ਹਾਸਲ ਕੀਤੀ। ਔਰ ਇਸੇ ਦੌਰਾਨ ਉਹਨਾਂ ਨੇ ਇਤਿਹਾਸ ਵਿੱਚ UGC ਨੈਟ ਅਤੇ JRF ਦੀ ਵੀ ਪ੍ਰੀਖਿਆ ਪਾਸ ਕੀਤੀ ਸੀ। ਪ੍ਰੇਮ ਸੁਖ ਡੇਲੂ ਦੇ ਵੱਡੇ ਭਰਾ ਅਸਲ ਦੇ ਵਿੱਚ ਰਾਜਸਥਾਨ ਦੇ ਵਿੱਚ ਪੁਲਿਸ ਦੇ ਵਿੱਚ ਸਿਪਾਹੀ ਸੀ ਤੇ ਉਹਨਾਂ ਨੂੰ ਪਤਾ ਲੱਗਾ ਕਿ ਇਸ ਮਹਿਕਮੇ ਦੇ ਵਿੱਚ ਵੀ ਤੁਸੀਂ IPS ਆਫਿਸਰ ਸਿਲੈਕਟ ਹੋ ਜਾਂਦੇ ਨੇ ਤੇ ਵੱਡੇ ਭਰਾ ਨੇ ਵੀ ਉਹਨਾਂ ਨੂੰ
पूरा हौसला दिता है। और फिर 2010 ਦੇ ਵਿੱਚ ਜਦੋਂ ਉਹਨਾਂ ਨੇ BA ਦੀ ਡਿਗਰੀ ਕੀਤੀ ਹੈਗੀ ਹੈ, ਤਾਂ BA ਦੀ ਡਿਗਰੀ ਕਰਨ ਤੋਂ ਬਾਅਦ ਉਹ ਰੈਵਨਿਊ ਡਿਪਾਰਟਮੈਂਟ ਵਿੱਚ ਪਟਵਾਰੀ ਦੇ ਤੌਰ ਤੇ ਸਿਲੈਕਟ ਹੋ ਗਏ। ਹਾਲਾਂਕਿ ਉਹਨੂੰ ਸਮਝ ਨਹੀਂ ਸੀ ਕਿ ਉਹਨਾਂ ਲੱਗਾ ਕਿ ਪਟਵਾਰੀ ਨਹੀਂ, ਪਟਵਾਰੀ ਤੋਂ ਇੱਕ ਹੋਰ ਵੱਡਾ ਅਫਸਰ ਵੀ ਬਣ ਸਕਦੇ। ਇਸ ਕਰਕੇ ਉਹ ਪਟਵਾਰੀ ਦੇ ਤੌਰ ਤੇ ਉਹ ਕੰਮ ਵੀ ਕਰਦੇ ਰਹੇ, ਨੌਕਰੀ ਵੀ ਕਰਦੇ ਰਹੇ, ਤੇ ਨਾਲ ਦੀ ਨਾਲ ਉਹਨਾਂ ਨੇ ਮਾਸਟਰ ਡਿਗਰੀ ਵੀ ਕਰ ਲਈ ਹਿਸਟਰੀ 'ਚ, ਤੇ ਨਾਲ ਦੀ ਨਾਲ ਨੈਟ ਵੀ ਪਾਸ ਕਰ ਲਿਆ। ਇਸ ਤੋਂ ਬਾਅਦ ਪਟਵਾਰੀ ਬਣਨ ਤੋਂ ਬਾਅਦ ਪ੍ਰੇਮ ਸੁਖ ਡੇਲੂ ਨੇ ਰਾਜਸਥਾਨ ਗ੍ਰਾਮ ਸੇਵਕ ਪ੍ਰੀਖਿਆ ਆਈ, ਉਹਦੇ 'ਚ ਸਟੇਟ 'ਚੋਂ ਦੂਜਾ ਸਥਾਨ ਹਾਸਲ ਕੀਤਾ। ਇਸ ਤੋਂ ਬਾਅਦ ਉਹ ਫਿਰ ਰਾਜਸਥਾਨ ਦੀ ਜੇਲ੍ਹ ਪੁਲਿਸ ਦੇ ਵਿੱਚ ਅਸਿਸਟੈਂਟ ਜੇਲਰ ਦੇ ਤੌਰ ਤੇ ਵੀ ਉਹਨਾਂ ਨੇ ਪ੍ਰੀਖਿਆ ਪਾਸ ਕਰ ਲਈ। ਜੇਲਰ ਦਾ ਹਲੇ ਅਹੁਦਾ ਸੰਭਾਲਣਾ ਨਹੀਂ ਸੀ ਕਿ ਉਧਰੋਂ ਰਾਜਸਥਾਨ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਦਾ ਵੀ ਰਿਜ਼ਲਟ ਆ ਗਿਆ, ਤੇ ਉਹ ਰਾਜਸਥਾਨ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਭਰਤੀ ਹੋ ਗਏ। उधर भी उन्होंने सिलेक्शन होगी, लेकिन वो रुके नहीं। हालांकि पटवारी तो बाद वो ग्राम सेवक च भर्ती हो गए, उस तो बाद वो जेल विभाग दे विच सहायक जेलर भर्ती हो गए, फिर उस साल सब इंस्पैक्टर पुलिस दे विच भर्ती हो गए। लेकिन वो अगे चलते रहे, अगे सब इंस्पैक्टर के अहुदे ते भी नहीं रुके। इस तो बाद जो उन्होंने BEd ते नैट क्लीयर किया गया, तो सरकारी कॉलेज दे विच ਲੈਕਚਰਾਰ ਵੀ ਭਰਤੀ ਹੋ ਗਏ ਨੇ। ਇੱਕ ਚੰਗਾ ਉਹਦਾ ਲੈਕਚਰਰ, ਲੇਕਿਨ ਨਹੀਂ, ਉਹਨਾਂ ਨੇ ਫਿਰ ਕੋਸ਼ਿਸ਼ ਕੀਤੀ ਕਿ ਨਹੀਂ, ਜਾਂ IAS ਬਣਿਆ ਜਾਊਗਾ ਜਾਂ IPS ਬਣਿਆ ਜਾਊਗਾ। ਤੇ ਫਿਰ ਅਖੀਰ ਉਹਨਾਂ ਨੇ ਰਾਜਸਥਾਨ ਜਿਹੜੀ ਸਟੇਟ ਸਿਵਲ ਸਰਵਿਸ ਦਾ ਰਿਜ਼ਲਟ ਆਇਆ, ਉਹਦੇ ਵੀ ਉਹਨਾਂ ਨੇ ਪ੍ਰੀਖਿਆ ਦਿੱਤੀ। ਉਹਦੇ 'ਚ ਉਹ ਚਾਹੇ ਉੱਥੇ ਜਿਹੜਾ SDM ਦੇ ਅਹੁਦੇ ਜਾਂ DSP ਦੇ ਅਹੁਦੇ 'ਤੇ ਭਰਤੀ ਨਹੀਂ ਹੋਏ, ਸਿਲੈਕਟ ਹੋਏ, ਲੇਕਿਨ ਉਹ ਰਾਜਸਥਾਨ ਜਿਹੜੀ ਪ੍ਰਸ਼ਾਸਨਿਕ ਸੇਵਾ ਹੁੰਦੀ ਹੈ ਉਹਦੇ 'ਚੋਂ ਤਹਿਸੀਲਦਾਰ ਦੇ ਤੌਰ ਤੇ ਭਰਤੀ ਹੋ ਗਏ। ਲੇਕਿਨ ਤਹਿਸੀਲਦਾਰ ਦੇ ਅਹੁਦੇ ਦੇ ਨਾਲ ਕੰਮ ਕਰਦੇ ਕਰਦੇ ਉਹਨਾਂ ਨੇ UPSC ਦੀ ਤਿਆਰੀ ਵੀ ਕੀਤੀ, ਤੇ ਨੌਕਰੀ 'ਚ ਜੋ ਸ਼ਿਫਟ ਖਤਮ ਹੋ ਜਾਏ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਪੜ੍ਹਾਈ ਅੱਗੇ ਰੱਖੀ। 2015 ਦੇ ਵਿੱਚ ਉਹਨਾਂ ਨੇ UPSC ਦਾ ਰਿਜ਼ਲਟ ਦਿੱਤਾ, ਲੇਕਿਨ ਗੱਲ ਨਹੀਂ ਬਣੀ। ਹਾਲਾਂਕਿ ਉਹ ਤਹਿਸੀਲਦਾਰ ਦੇ ਤੌਰ ਤੇ ਕੰਮ ਕਰਦੇ, ਲੇਕਿਨ ਉਹਨਾਂ ਨੇ ਮਿਹਨਤ ਕਰਦੇ ਰਹੇ, ਔਰ ਅਗਲੇ ਸਾਲ ਹੀ ਉਹਨਾਂ ਨੇ ਫਿਰ ਜਦੋਂ ਫਿਰ UPSC ਦੀ ਤਿਆਰੀ ਕੀਤੀ, ਤਾਂ ਇੰਡੀਆ ਭਰ ਦੇ ਵਿੱਚੋਂ, ਭਾਰਤ ਭਰ ਦੇ ਵਿੱਚੋਂ ਉਹਨਾਂ ਨੇ ਆਲ ਇੰਡੀਆ ਰੈਂਕ ਦੇ ਤਹਿਤ 170ਵਾਂ ਰੈਂਕ ਪ੍ਰਾਪਤ ਕੀਤਾ, ਔਰ ਦੇਸ਼ ਦੇ ਵਿੱਚ IPS ਆਫੀਸਰ ਸਿਲੈਕਟ ਹੋ ਗਏ। ਹਾਲਾਂਕਿ ਉਹ ਰਾਜਸਥਾਨ ਦੇ ਰਹਿਣ ਵਾਲੇ ਸੀ, ਲੇਕਿਨ ਜਿਸ ਹਿਸਾਬ ਦੇ ਨਾਲ ਉਹਨਾਂ ਦਾ ਰੈਂਕ ਆਇਆ, ਉਹ ਗੁਜਰਾਤ ਕਾਡਰ ਉਹਨਾਂ ਨੂੰ ਮਿਲ ਗਿਆ। ਇਸ ਟਾਈਮ ਉਹ ਗੁਜਰਾਤ ਕਾਡਰ ਦੇ IPS ਆਫੀਸਰ ਨੇ, ਤੇ ਉਹਨਾਂ ਦੀ ਜਿਹੜੀ ਪਹਿਲੀ ਪੋਸਟਿੰਗ ਆ ਉਹ ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦੇ ਵਿੱਚ ਬਤੌਰ ASP ਦੇ ਰੂਪ ਵਿੱਚ ਹੋਈ। ਤੇ ਇਸ ਟਾਈਮ ਉਹ SP ਰੈਂਕ, ਜਿਵੇਂ ਪੰਜਾਬ ਦੇ ਵਿੱਚ SSP ਰੈਂਕ ਹੁੰਦਾ, ਉਵੇਂ ਹੀ ਉਹ SP ਰੈਂਕ ਦੇ ਤੌਰ ਤੇ ਕੰਮ ਕਰ ਰਹੇ ਨੇ। ਤੇ ਲਾਜ਼ਮੀ ਤੌਰ ਤੇ ਅਜਿਹੇ ਦੇਸ਼ ਦੇ ਵਿੱਚ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਮਿਹਨਤ ਲਗਨ ਦੇ ਨਾਲ ਕਰਦੇ ਨੇ, ਇਮਾਨਦਾਰੀ ਦੇ ਨਾਲ ਜਦੋਂ ਪੜ੍ਹਾਈ ਕਰਦੇ ਨੇ, ਮਿਹਨਤ ਕਰਦੇ, ਲਾਜ਼ਮੀ ਤੌਰ ਤੇ ਉਹਨਾਂ ਨੂੰ ਸਫਲਤਾ ਦੇ ਫਲ ਮਿਲਣਾ ਹੀ ਹੁੰਦਾ ਹੈ। ਪਿੱਛੇ ਜੇ ਅਸੀਂ ਇੱਕ ਮਾਨਸਾ ਦੇ ਨੌਜਵਾਨ ਮਨਦੀਪ ਸਿੰਘ ਹੋਣਾ ਦੀ ਵੀ ਸਟੋਰੀ ਕੀਤੀ ਸੀ ਕਿ ਉਹਨਾਂ ਨੂੰ ਵੀ 6 ਨੌਕਰੀਆਂ ਮਿਲੀਆਂ ਹੈਗੀਆਂ, ਤੇ ਇਸ ਟਾਈਮ ਉਹ ਨਾਇਬ ਤਹਿਸੀਲਦਾਰ ਭਰਤੀ ਹੋਏ ਮਾਨਸਾ ਦੇ ਮਨਦੀਪ ਸਿੰਘ ਹੋਣੀ। ਤੇ ਮਨਦੀਪ ਸਿੰਘ ਹੋਣਾ ਦਾ ਵੀ ਟਾਰਗੇਟ ਹੈ ਕਿ ਉਹ ਜਾਂ IPS ਆਫੀਸਰ ਬਣਨਗੇ ਜਾਂ IAS ਆਫੀਸਰ ਬਣਨਗੇ, ਉਹਨਾਂ ਦੀ ਵੀ ਮੰਜ਼ਿਲ ਨਹੀਂ ਰੁਕੀ। ਜਿਵੇਂ ਪ੍ਰੇਮ ਸੁਖ ਡੇਲੂ ਇੱਕ ਇੰਡੀਆ ਦੇ ਉਹਨਾਂ ਕੁੜੀਆਂ ਮੁੰਡਿਆਂ ਵਾਸਤੇ ਇੱਕ ਵੱਡੀ ਐਗਜ਼ਾਮਪਲ ਆ, ਉਦਾਹਰਨ ਆ, ਮਿਸਾਲ ਆ, ਇੱਕ ਮੰਜ਼ਿਲ ਆ। ਇਹਨੂੰ ਪ੍ਰੇਮ ਸੁਖ ਡੇਲੂ ਨੂੰ ਇੱਕ ਮੰਜ਼ਿਲ ਦੇ ਰੂਪ 'ਚ ਵੀ ਦੇਖਿਆ ਜਾ ਸਕਦਾ ਕਿ ਜਿਨ੍ਹਾਂ ਨੇ 6 ਸਾਲਾਂ ਦੇ ਵਿੱਚ 12 ਨੌਕਰੀਆਂ ਪ੍ਰਾਪਤ ਕੀਤੀਆਂ, ਚਾਹੇ ਉਹ ਪਟਵਾਰੀ ਦੀ ਹੋਵੇ, ਚਾਹੇ ਉਹ ਗ੍ਰਾਮ ਸੇਵਕ ਦੀ ਹੋਵੇ, ਚਾਹੇ ਉਹ ਸਰਕਾਰੀ ਲੈਕਚਰਾਰ ਦੀ ਹੋਵੇ, ਚਾਹੇ ਉਹ ਤਹਿਸੀਲਦਾਰ ਦੀ ਹੋਵੇ, ਚਾਹੇ ਅਸਿਸਟੈਂਟ ਜੇਲਰ ਦੀ ਹੋਵੇ, ਚਾਹੇ ਸਬ ਇੰਸਪੈਕਟਰ ਦੀ ਹੋਵੇ, ਤੇ ਅਖੀਰ ਉਹ IPS ਆਫੀਸਰ ਸਿਲੈਕਟ ਹੋਏ। ਉਮੀਦ ਕਰਦੇ ਕਿ ਅਜਿਹੇ ਜਿਹੜੇ ਭਾਰਤੀ ਨੌਜਵਾਨ ਆ, ਜਿਹੜੇ ਬਾਕੀ ਨੌਜਵਾਨ ਮੁੰਡੇ ਕੁੜੀਆਂ ਵਾਸਤੇ ਵੀ ਪ੍ਰੇਰਨਾ ਦੇ ਸਰੋਤ ਬਣਦੇ ਨੇ। ਤੇ ਇਹ ਜਿਹੜੀ ਅਸੀਂ ਕਹਾਣੀ ਪ੍ਰੇਮ ਸੁਖ ਡੇਲੂ ਹੋਣਾ ਦੀ ਦੱਸੀ ਆ, ਲਾਜ਼ਮੀ ਤੌਰ ਤੇ ਤੁਹਾਡੇ ਵਾਸਤੇ ਇੱਕ ਪ੍ਰੇਰਨਾ ਦੇ ਦਾਇਕ ਦੇ ਤੌਰ ਤੇ ਜਾਂ ਪ੍ਰੇਰਨਾ ਸਰੋਤ ਦੇ ਤੌਰ ਤੇ ਜਾਂ ਇੱਕ ਮਿਸਾਲ ਦੇ ਤੌਰ ਤੇ ਤੁਹਾਨੂੰ ਚੰਗੀ ਲੱਗੇਗੀ। ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆਗਿਆ। ਦੇਖਦੇ ਰਹੋ ABC ਪੰਜਾਬ। ਧੰਨਵਾਦ।